ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਸਿੱਖ ਖਬਰਨਾਮਾ ਲੈ ਕੇ। ਸਿੱਖੀ ਨਾਲ ਰਿਲੇਟਡ ਕੁਝ ਖਬਰਾਂ, ਸੰਸਾਰ ਭਰ ਦੀਆਂ ਖਬਰਾਂ ਤੇ ਮੈਂ ਆਪਣੀ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹੁੰਨਾ ਜੀ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ। ਕਰੋਨਾ ਵਾਇਰਸ ਦਾ ਕਹਿਰ ਸਾਰੇ ਸੰਸਾਰ ਵਿੱਚ ਛਾਇਆ ਹੋਇਆ। ਸਭ ਤੋਂ ਪਹਿਲਾਂ ਅਰਦਾਸ ਕਰਦਾ ਹਾਂ ਆਪ ਸਭ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ, ਸਰਬੱਤ ਦੇ ਭਲੇ ਦੀ, ਅਕਾਲ ਚਰਨ ਦੀ ਟੀਮ ਦੀ ਜਿਹੜੀ ਦਿਨ ਰਾਤ ਮਨੁੱਖਤਾ ਦੀ ਸੇਵਾ ਵਿੱਚ ਜੁੜੀ ਹੋਈ ਹੈ। ਲਗਾਤਾਰ ਕਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ। ਜਿਹੜੀ ਇਸ ਵੇਲੇ ਜਦੋਂ ਮੈਂ ਇਹ ਰਿਕਾਰਡਿੰਗ ਕਰ ਰਿਹਾ ਉਦੋਂ ਜਿਹੜਾ ਅਪਡੇਟ ਆਇਆ ਉਹ ਇਹ ਹੈ ਕਿ ਤਕਰੀਬਨ 43 ਲੱਖ ਲੋਕ ਜਿਹੜੇ ਨੇ ਉਹ ਕਰੋਨਾ ਵਾਇਰਸ ਨਾਲ ਪੀੜਤ ਹੋਏ ਨੇ, ਜਿਨ੍ਹਾਂ ਵਿੱਚੋਂ ਤਕਰੀਬਨ 2,95,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਦੇ ਵਿੱਚ ਤਕਰੀਬਨ 16 ਲੱਖ ਲੋਕ ਜਿਹੜੇ ਨੇ 43 ਲੱਖ ਵਿੱਚੋਂ ਉਹ ਠੀਕ ਹੋ ਚੁੱਕੇ ਨੇ, ਰਿਕਵਰ ਹੋ ਚੁੱਕੇ ਨੇ। ਜਦੋਂ ਅਸੀਂ ਦੁਨੀਆ ਭਰ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਵੱਧ ਜਿਹੜੇ ਕੇਸਿਸ ਨੇ ਉਹ ਅਮਰੀਕਾ ਦੇ ਵਿੱਚ ਹੋਏ ਨੇ, ਜਿੱਥੇ ਤਕਰੀਬਨ 14 ਲੱਖ ਕੇਸ ਹੋਏ ਨੇ ਤੇ 43,000 ਤੋਂ ਵੱਧ 43,500 ਮੌਤਾਂ ਇਸ ਵੇਲੇ ਹੋ ਚੁੱਕੀਆਂ ਨੇ। ਉੱਥੇ ਤਕਰੀਬਨ 3 ਲੱਖ ਬੰਦਾ ਰਿਕਵਰ ਵੀ ਹੋਇਆ। ਦੂਸਰੇ ਨੰਬਰ ਤੇ ਸਾਡਾ ਇੰਗਲੈਂਡ ਆ ਰਿਹਾ। ਬਰਤਾਨੀਆ ਦੇ ਵਿੱਚ ਤਕਰੀਬਨ 2,30,000 ਲੋਕ ਜਿਹੜੇ ਨੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ। ਔਰ ਇੱਥੇ ਜਿਹੜੀਆਂ ਮੌਤਾਂ ਨੇ ਉਹ ਅਮਰੀਕਾ ਤੋਂ ਦੂਸਰੇ ਨੰਬਰ ਤੇ ਆ ਰਹੀਆਂ ਨੇ 33,146, 450 ਹੋਰ ਅੱਜ ਦੀਆਂ ਐਡ ਕਰ ਲਈਏ ਤੇ ਤਕਰੀਬਨ 34,000 ਦੇ ਨੇੜੇ ਅਸੀਂ ਜਾ ਪਹੁੰਚਦੇ ਹਾਂ, ਜਿਹੜੀ ਇੱਕ ਬੜੀ ਦੁਖਦਾਈ ਖਬਰ ਹੈ। ਸਪੇਨ, ਰਸ਼ੀਆ ਇਹ ਜਿਹੜੇ ਨੇ ਤਕਰੀਬਨ ਕਵਰ ਕਰ ਰਹੇ। ਹੁਣ 27,000 ਜਿਹੜੀਆਂ ਸਪੇਨ ਦੇ ਵਿੱਚ ਮੌਤਾਂ ਨੇ ਤੇ ਇਸੇ ਤਰ੍ਹਾਂ ਇਟਲੀ ਦੇ ਵਿੱਚ 30,000 ਮੌਤਾਂ ਨੇ। ਜਦੋਂ ਅਸੀਂ ਇਸ ਸੰਸਾਰ ਭਰ ਦੇ ਨਕਸ਼ੇ ਦੀ ਗੱਲ ਕਰਦੇ ਹਾਂ ਤੇ ਲਗਾਤਾਰ ਮੌਤਾਂ ਦਾ ਇਸ ਬਿਮਾਰੀ ਦਾ ਸਿਲਸਿਲਾ ਵੱਧਦਾ ਜਾ ਰਿਹਾ। ਭਾਵੇਂ ਕਿ ਦੁਨੀਆ ਭਰ ਦੇ ਬਹੁਤੇ ਦੇਸ਼ ਜਿਹੜੇ ਨੇ ਉਹ ਲਾਕਡਾਊਨ ਕਰੀ ਬੈਠੇ ਨੇ, ਪਰ ਇਸ ਵੇਲੇ ਜਿਹੜਾ ਉੱਭਰ ਕੇ ਆ ਰਿਹਾ ਉਹ ਰਸ਼ੀਆ ਜਿਹੜਾ ਹੈ ਇਸ ਵੇਲੇ ਉੱਪਰ ਨੂੰ ਉੱਭਰ ਕੇ ਆ ਰਿਹਾ, ਜਿਹਦੇ ਵਿੱਚ ਤਕਰੀਬਨ 2.5 ਲੱਖ ਕੇਸ ਹੋ ਚੁੱਕੇ ਨੇ ਤੇ 2,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਰਸ਼ੀਆ ਨੇ ਆਪਣੇ ਆਪ ਨੂੰ ਬੜਾ ਲਾਪਰਵਾਹ ਸਮਝਦੇ ਹੋਏ ਉਸ ਸਮੇਂ ਵਿੱਚ ਲਾਕਡਾਊਨ ਨਹੀਂ ਸੀ ਕੀਤਾ, ਪਰ ਲਗਾਤਾਰ ਜਿਉਂ-ਜਿਉਂ ਉੱਥੇ ਕੇਸ ਵੱਧਦੇ ਗਏ, ਹੁਣ ਰਸ਼ੀਆ ਆਣ ਕੇ ਥੋੜਾ ਜਿਹਾ ਸੀਰੀਅਸ ਹੋਇਆ ਜਦੋਂ ਉੱਥੇ ਕੇਸਾਂ ਦੀ ਗਿਣਤੀ ਤਕਰੀਬਨ 2.5 ਲੱਖ ਹੋ ਗਈ ਹੈ। ਹੁਣ ਅਸੀਂ ਆਉਂਦੇ ਹਾਂ ਜੀ ਭਾਰਤ ਵੱਲ। ਭਾਰਤ ਦੇ ਵਿੱਚ ਜਿਹੜਾ ਇਹ ਪ੍ਰੋਬਲਮ ਹੈ ਇਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ 72,000 ਤੋਂ ਟੱਪ ਗਿਆ ਤੇ 2,300 ਜਿਹੜੀਆਂ ਮੌਤਾਂ ਹੋ ਚੁੱਕੀਆਂ। ਕਰੋਨਾ ਵਾਇਰਸ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਇਹਦੇ ਬਹੁਤ ਸਾਰੇ ਕੇਸ ਨੇ, ਪਰ ਹੈਰਾਨੀ ਦੀ ਗੱਲ ਹੈ ਕਿ 41,000 ਕਰੋਨਾ ਟੈਸਟ ਹੋਏ ਨੇ ਅਜੇ ਤੱਕ ਸਿਰਫ ਪੰਜਾਬ ਵਿੱਚ, 41,800 ਨਹੀਂ। ਉੱਥੇ 10 ਲੱਖ ਲੋਕਾਂ ਪਿੱਛੇ 1,300 ਜਿਹੜਾ ਉਹ ਇਹ ਚੈੱਕ ਹੋਏ ਨੇ। ਇਹਦਾ ਮਤਲਬ ਲੋਕਾਂ ਦੀ ਚੈਕਿੰਗ ਨਹੀਂ ਹੋ ਰਹੀ। 41,000 ਹੋਏ ਨੇ ਤੇ ਦੇਸ਼ ਭਰ ਵਿੱਚ 10 ਲੱਖ ਲੋਕਾਂ ਪਿੱਛੇ ਜਿਹੜਾ 1,243 ਜਿਹੜੇ ਨੇ ਉਹ ਕਰੋਨਾ ਵਾਇਰਸ ਦੇ ਟੈਸਟ ਹੋਏ ਨੇ। ਇਸੇ ਕਰਕੇ ਜਿਹੜਾ ਸ਼ੱਕੀ ਨਿਗਾਹ ਨਾਲ ਦੇਖਿਆ ਜਾ ਰਿਹਾ ਕਿ ਭਾਰਤ ਵਾਕਈ ਹੀ 70,000 ਕੇਸ ਨੇ, ਇੰਨੀਆਂ ਕੁ ਮੌਤਾਂ ਨੇ ਜਾਂ ਇਸ ਤੋਂ ਵੱਧ ਨੇ। ਪੰਜਾਬ ਸਰਕਾਰ ਜਿਹੜੀ ਹੈ ਜਿੰਨੇ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਉਹ ਦਾਅਵਿਆਂ ਦੀ ਪੋਲ ਉਦੋਂ ਖੁੱਲੀ ਜਦੋਂ ਹਜੂਰ ਸਾਹਿਬ ਤੋਂ ਲਿਆਂਦੀ ਹੋਈ ਸੰਗਤ ਦੇ ਨਾਲ ਜਿਹੜਾ ਵਿਹਾਰ ਕੀਤਾ ਗਿਆ। ਨਾ ਉਹਨਾਂ ਨੂੰ ਚੰਗੀ ਰੋਟੀ ਦਿੱਤੀ ਗਈ, ਨਾ ਉਹਨਾਂ ਦੇ ਟੈਸਟ ਚੰਗੀ ਤਰ੍ਹਾਂ ਕੀਤੇ ਗਏ। ਰੌਲਾ ਪਾ ਦਿੱਤਾ ਗਿਆ ਮੀਡੀਆ ਵੱਲੋਂ ਕਿ ਉਹ ਪੋਜ਼ਿਟਿਵ ਨੇ। ਉੱਥੇ ਜਦੋਂ ਹੁਣ ਅਸੀਂ ਦੁਨੀਆ ਭਰ ਦੀ ਗੱਲ ਕਰਦੇ ਹਾਂ, ਫਿਰ ਮੈਂ ਵਾਪਸ ਆਵਾਂ ਤੇ ਦੂਜੇ ਨੰਬਰ ਤੇ ਸਾਡਾ ਯੂਕੇ ਆ ਰਿਹਾ। ਯੂਕੇ ਵਿੱਚ ਲਾਕਡਾਊਨ ਦੌਰਾਨ ਕੁਝ ਰਿਆਇਤਾਂ ਦਿੱਤੀਆਂ ਗਈਆਂ ਨੇ। ਜੋ ਘਰੋਂ ਕੰਮ ਨਹੀਂ ਕਰ ਸਕਦੇ ਉਹ ਬਾਹਰ ਕੰਮ ਕਰਨ ਵਾਸਤੇ ਜਾ ਸਕਦੇ। ਕਹਿਣ ਦਾ ਭਾਵ ਕਿ ਜਿਨ੍ਹਾਂ ਦਾ ਜ਼ਰੂਰੀ ਹੈ ਉਹੋ ਹੀ ਟਰੈਵਲ ਕਰਨ, ਜਿਨ੍ਹਾਂ ਦਾ ਜ਼ਰੂਰੀ ਹੈ ਉਹੋ ਹੀ ਘਰੋਂ ਬਾਹਰ ਜਾਣ, ਬਾਕੀ ਲੋਕ ਘਰਾਂ ਦੇ ਵਿੱਚ ਰਹਿਣ। ਐਸਾ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ ਜ਼ਰੂਰੀ ਹੈ ਤਾਂ ਜਾਓ, ਨਹੀਂ ਜ਼ਰੂਰੀ ਤੇ ਨਾ ਜਾਓ। ਜ਼ਰੂਰੀ ਹੈ ਕੰਮਾਂ ਤੇ ਜਾਣਾ, ਨਹੀਂ ਤੁਹਾਡਾ ਸਰਦਾ ਤਾਂ ਤੁਸੀਂ ਜਾ ਸਕਦੇ ਆ। ਜ਼ਰੂਰੀ ਹੈ ਤਾਂ ਟਰੈਵਲ ਕਰੋ, ਜ਼ਰੂਰੀ ਹੈ ਤਾਂ ਸ਼ਾਪਿੰਗ ਤੇ ਜਾਓ। ਪਰ ਮੈਂ ਜੋ ਦੇਖ ਰਿਹਾ, ਇੱਕ ਦੋ ਵਾਰੀ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਕਿ ਲੋਕ ਸੀਰੀਅਸਲੀ ਨਹੀਂ ਲੈ ਰਹੇ।
ਆਮ ਹੀ ਜੀਵਨ ਚੱਲ ਰਿਹਾ, ਜਿਹਦੇ ਕਰਕੇ ਇੰਗਲੈਂਡ ਜਿਹੜਾ ਹੈ ਦੁਨੀਆ ਭਰ ਵਿੱਚ ਦੂਜੇ ਨੰਬਰ ਤੇ ਆ ਕੇ ਖਲੋ ਗਿਆ। ਇਹ ਵੀ ਖਬਰ ਆ ਰਹੀ ਹੈ ਕਿ 2008 ਤੋਂ ਬਾਅਦ ਯੂਕੇ ਦੀ ਜਿਹੜੀ ਇਕਨੋਮੀ ਹੈ ਉਹ ਰਿਕਾਰਡਡ ਜਿਹੜੀ ਹੈ ਨੋਟ ਕੀਤੀ ਗਈ ਹੈ ਕਿ ਉਹ ਡਿੱਗੀ ਹੈ। 2% ਜਿਹੜੀ ਹੈ ਇੱਥੋਂ ਦੀ ਇਕਨੋਮੀ ਜਿਹੜੀ ਹੈ ਉਹ ਡਿੱਗੀ ਹੈ। ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਵਿੱਚ ਹੁਣ ਤੱਕ 41,849 ਕੇਸ ਹੋ ਚੁੱਕੇ ਨੇ। ਕੇਂਦਰੀ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਜਿਹੜੇ ਕੇਸ ਆਏ ਨੇ ਉਹਨਾਂ ਦੀ ਮੌਤ ਦੀ ਦਰ ਦੇਸ਼ ਨਾਲੋਂ ਘੱਟ ਹੈ, ਇਹ 8.75% ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਕਿ ਦੇਖੋ ਭਾਈ, ਜਿਹੜਾ ਲੋਕਡਾਊਨ ਹੈ ਇਹ ਇੰਨਾ ਜ਼ਿਆਦਾ ਲੰਮਾ ਸਮਾਂ ਨਹੀਂ ਚੱਲਣਾ ਚਾਹੀਦਾ, ਪਰ ਮੈਂ ਇਸ ਹੱਕ ਵਿੱਚ ਆ ਕਿ ਲੋਕਾਂ ਦੀ ਜਾਨ ਬਚਾਉਣ ਲਈ ਇਹ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਉਹਨਾਂ ਨੇ ਆਪਣੇ ਜਿਹੜਾ ਲੈਕਚਰ ਦਿੱਤਾ ਉਹਦੇ ਵਿੱਚ ਇਹ ਆਖਿਆ ਕਿ ਸੂਬਿਆਂ ਨੂੰ ਵਿੱਤੀ ਅਤੇ ਆਰਥਿਕ ਸਸ਼ਕਤੀਕਰਨ ਵੱਲ ਧਿਆਨ ਦੇਣਾ ਚਾਹੀਦਾ। ਮਨੁੱਖੀ ਜ਼ਿੰਦਗੀ ਬਚਾਉਣ ਦੇ ਨਾਲ-ਨਾਲ ਜੀਵਨ ਦਾ ਪ੍ਰਵਾਹ ਵੀ ਜ਼ਰੂਰੀ ਹੈ। ਕੌਮੀ ਪੱਧਰ ਤੇ ਕੋਵਿਡ ਦੇ ਵੱਧ ਰਹੇ ਕੇਸਾਂ ਤੇ ਉਹਨਾਂ ਨੇ ਤਾਲਾਬੰਦੀ ਦਾ ਹੱਕ ਜਿਹੜਾ ਪੂਰਿਆ। ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਵੀਡੀਓ ਕਾਨਫਰੰਸ ਰਾਹੀਂ, ਤੇ ਇਹ ਗੱਲ ਉਹਨਾਂ ਨੇ ਕਹੀ ਕਿ ਯੋਜਨਾਬੰਦੀ ਜਿਹੜੀ ਹੈ ਉਹ ਸਾਰੀ ਸਟੇਟਸ ਨੂੰ ਜਿਹੜਾ ਉਹ ਦੇਣੀ ਚਾਹੀਦੀ ਹੈ ਵਧੀਆ ਤਰੀਕੇ ਦੇ ਨਾਲ। ਜਿੱਥੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਗੱਲਬਾਤ ਆ, ਉਹ ਲਗਾਤਾਰ ਇਸ ਹੱਕ ਵਿੱਚ ਤਾਂ ਹੈ ਨੇ ਕਿ ਜਿਹੜੀ ਹੈ ਤਾਲਾਬੰਦੀ ਜਾਰੀ ਰੱਖੀ ਜਾਵੇ, ਪਰ ਜਿੱਥੋਂ ਤੱਕ ਲੋਕਾਂ ਦੀ ਰੋਟੀ ਰੋਜੀ ਦਾ ਸਵਾਲ ਹੈ ਉਹਦੇ ਵੱਲ ਭਾਰਤ ਤੇ ਪੰਜਾਬ ਦੀ ਸਰਕਾਰ ਦਾ ਕੋਈ ਬਹੁਤਾ ਖਿਆਲ ਨਹੀਂ। ਮੈਂ ਇੱਥੋਂ ਤੱਕ ਕਹਿ ਦਿੰਦਾ ਕਿ ਚੱਲ ਰਹੇ ਮਜ਼ਦੂਰਾਂ ਦੇ ਇੱਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਕਈ ਮੀਲ ਚੱਲ ਕੇ, ਤੇ ਫਿਰ ਅੱਗੇ ਸਫ਼ਰ ਕਰਕੇ ਉਹਨੇ ਆਪਣੇ ਪਿੰਡ ਜਾਣਾ ਸੀ। ਕਿ ਭਾਰਤ ਸਰਕਾਰ ਨੇ ਐਂਬੂਲੈਂਸਾਂ ਸਿਰਫ ਗਊਆਂ ਵਾਸਤੇ ਰੱਖੀਆਂ ਹੋਈਆਂ? ਕਿ ਭਾਰਤ ਸਰਕਾਰ ਨੂੰ ਇੰਨਾ ਵੀ ਨਹੀਂ ਦਿਸਦਾ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਦੂਜੀਆਂ ਸਟੇਟਾਂ ਵਿੱਚ ਜਾ ਰਹੇ ਨੇ, ਉਹਨਾਂ ਦੇ ਕੋਈ ਪ੍ਰਬੰਧ ਕੀਤਾ ਜਾਵੇ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮਜ਼ਦੂਰ ਜਿਹੜੇ ਨੇ ਉਹ ਪੰਜਾਬ ਨੂੰ ਛੱਡ ਕੇ ਜਾਣਾ ਸ਼ੁਰੂ ਹੋਏ, ਉਹਨਾਂ ਦਾ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਈਵਨ ਕਿ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਗਰੀਬ ਲੋਕ ਨੇ ਉਹਨਾਂ ਦਾ ਖਿਆਲ ਨਹੀਂ ਰੱਖਿਆ ਗਿਆ। ਜੇ ਕੋਈ ਰੋਟੀ ਮੰਗਦਾ ਤੇ ਜਿਸ ਤਰੀਕੇ ਨਾਲ ਪੁਲਿਸ ਵਿਹਾਰ ਕਰਦੀ ਹੈ, ਰਾਸ਼ਨ ਸਰਕਾਰ ਨੇ ਦੇਣਾ, ਹੁਣ ਕਈ ਜਗ੍ਹਾ ਤੇ ਪੁਲਿਸ ਵਾਲੇ ਵੀਡੀਓਗ੍ਰਾਫੀ ਕਰਦੇ ਆ, ਉਹਨਾਂ ਦੇ ਘਰ 'ਚ 2 ਦਿਨ ਦਾ ਆਟਾ ਉਹਨਾਂ ਦੇ ਮੰਗਣਾ ਹੀ ਆ, ਕਿ 2 ਦਿਨ ਤੋਂ ਬਾਅਦ ਅਸੀਂ ਕੀ ਕਰਾਂਗੇ। ਇਸ ਤਰੀਕੇ ਨਾਲ ਪਰਿਵਾਰਾਂ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ। ਲਗਾਤਾਰ ਸਿੱਖਾਂ ਵੱਲੋਂ ਚਲਾਏ ਜਾ ਰਹੇ ਲੰਗਰ ਨੇ ਜਿਹੜਾ ਹੈ ਲੋਕਾਂ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ। ਇਹ ਗੱਲ ਮੈਂ ਕਹਿ ਸਕਦਾ ਕਿ ਪੂਰੇ ਹਿੰਦੁਸਤਾਨ ਵਿੱਚ ਬਹੁਤ ਸਾਰੇ ਲੋਕਾਂ ਨੇ ਸਿੱਖਾਂ ਦੇ ਇਸ ਲੰਗਰ ਬਾਰੇ ਜਿਹੜੀਆਂ ਵੀਡੀਓਜ਼ ਬਣਾ ਕੇ ਜਿਹੜੀਆਂ ਸਾਹਮਣੇ ਰੱਖੀਆਂ, ਉਹ ਤੋਂ ਲੱਗਦਾ ਹੈ ਕਿ ਸਿੱਖਾਂ ਨੇ ਆਪਣੀ ਸੇਵਾ ਵਿੱਚ ਕਾਮਯਾਬ ਰਹੇ ਨੇ। ਬਦਲੇ ਵਿੱਚ ਭਾਵੇਂ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਉਹਨਾਂ ਨੂੰ ਉਹ ਮਨੁੱਖੀ ਅਧਿਕਾਰ ਨਹੀਂ ਦਿੱਤੇ ਜਿਹੜੇ ਉੱਥੇ ਬਹੁ ਗਿਣਤੀ ਨੂੰ ਦਿੱਤੇ ਹੋਏ ਨੇ। ਸਾਡੇ ਮੁੱਖ ਮੰਤਰੀ ਹੋਰਾਂ ਨੂੰ ਜ਼ਿਆਦਾ ਚਿੰਤਾ ਜਿਹੜੀ ਲੋਕਡਾਊਨ ਦੇ ਨਾਲ ਇਸ ਗੱਲ ਦੀ ਹੈ ਕਿ ਭਾਈ ਜਿਹੜੇ ਸ਼ਰਾਬ ਦੇ ਠੇਕੇ ਖੁੱਲ੍ਹਣੇ ਚਾਹੀਦੇ ਨੇ ਤੇ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਦੇਈਏ। ਇਹਦੇ ਬਾਰੇ ਮੈਂ ਬਾਅਦ 'ਚ ਗੱਲ ਕਰਾਂਗਾ ਕਿ ਸਾਨੂੰ ਪੈਸਾ ਆਉਣਾ ਸ਼ੁਰੂ ਹੋਵੇ, ਅਸੀਂ ਲੁੱਟੇ ਗਏ, ਬਰਬਾਦ ਹੋ ਗਏ, ਕੇਂਦਰ ਸਰਕਾਰ ਨੇ ਸਾਡੀ GST ਵਾਪਸ ਨਹੀਂ ਕੀਤੀ, ਸਾਡੇ ਕੋਲ ਪੈਸਾ ਕੋਈ ਨਹੀਂ, ਕਿ ਸ਼ਰਾਬ ਦੇ ਸਿਰ ਤੇ ਚੱਲੇਗਾ ਭਾਰਤ? 2 ਲਾਈਨਾਂ ਵਿੱਚ ਮੈਂ ਐਕਸਪਲੇਨ ਕਰ ਦੇਣਾ। ਪੂਰੇ ਭਾਰਤ ਵਿੱਚ ਜਿਸ ਤਰ੍ਹਾਂ ਸ਼ਰਾਬ ਦੇ ਠੇਕੇ ਖੋਲੇ ਗਏ, ਕਹਿੰਦੇ ਨੇ ਇੱਕ ਪਰਿਵਾਰ ਨੂੰ ਬਰਬਾਦ ਕਰਨ ਵਾਸਤੇ ਸ਼ਰਾਬ ਤੇ ਸ਼ਰਾਬੀ ਹੋਵੇ, ਤੇ ਹੁਣ ਜਿਹੜਾ ਲੋਕੀ ਕਹਿ ਰਹੇ ਨੇ ਕਿ ਦੇਸ਼ ਨੂੰ ਆਬਾਦ ਕਰਨ ਵਾਸਤੇ ਸ਼ਰਾਬੀ ਦਾ ਹੋਣਾ ਜ਼ਰੂਰੀ ਹੈ। ਸੰਸਾਰ ਵਿੱਚ ਆਪਣੀ ਹਾਸੋਹੀਣੀ ਸਥਿਤੀ ਬਣਾ ਲਈ, ਇੱਥੋਂ ਤੱਕ ਕਿ ਦੋਧੀਆਂ ਨੂੰ ਤੇ ਪੁਲਿਸ ਵੱਲੋਂ ਕੁੱਟਿਆ ਜਾ ਰਿਹਾ ਕਿ ਤੁਸੀਂ ਦੁੱਧ ਲੈ ਕੇ ਸ਼ਹਿਰਾਂ ਵਿੱਚ ਨਾ ਜਾਓ, ਪਰ ਸ਼ਰਾਬ ਦੇ ਜਿਹੜੀ ਡਿਲੀਵਰੀ ਹੋਮ ਡਿਲੀਵਰੀ ਕਰਕੇ ਭਾਰਤ ਤੇ ਪੰਜਾਬ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ, ਇਹ ਬੜੀ ਵੱਡੀ ਸ਼ਰਮ ਦੀ ਗੱਲ ਹੈ। ਉੱਥੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੀਤੇ ਦਿਨੀ ਗੱਲਬਾਤ ਕੀਤੀ ਲੋਕਾਂ ਦੇ ਨਾਲ। ਦੇਖਿਆ ਜਿਹੜੀ ਅਗਲੀ ਖਬਰ ਹੈ ਕਿ ਦੇਖੋ ਜੀ, ਮੈਂ ਕੁਝ ਸੁਝਾਅ ਲੈ ਕੇ ਆਇਆ ਤੁਹਾਡੇ ਵਾਸਤੇ, 20 ਲੱਖ ਕਰੋੜ ਦਾ ਆਰਥਿਕ ਪੈਕੇਜ ਲੈ ਕੇ ਆਇਆ, ਔਰ ਇਹ ਜਿਹੜਾ ਹੈ ਇਹ ਤਰੀਕੇ ਦੇ ਨਾਲ ਵੰਡਿਆ ਜਾਵੇਗਾ ਜਿਹਦਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਜਿਹੜਾ ਹੈ ਸਾਰਾ ਦੱਸ ਦਿੱਤਾ ਜਾਵੇਗਾ। ਨਰਿੰਦਰ ਮੋਦੀ ਹੋਰਾਂ ਨੇ ਆਪਣੇ ਪੂਰੇ ਲੈਕਚਰ ਦੇ ਵਿੱਚ ਇੱਕ ਗੱਲ, ਮਜ਼ਦੂਰ ਸ਼ਬਦ 4 ਵਾਰੀ ਇਸਤੇਮਾਲ ਕੀਤਾ, ਕਿਸਾਨ ਜਿਹੜਾ 2 ਵਾਰੀ ਇਸਤੇਮਾਲ ਕੀਤਾ,
ਜਿਸ ਤਰੀਕੇ ਦੇ ਨਾਲ ਆਰਥਿਕ ਪੈਕੇਜ ਦੀ ਗੱਲ ਕੀਤੀ ਗਈ, ਲੋਕਾਂ ਦੇ ਮਨਾਂ ਵਿੱਚ ਲਗਾਤਾਰ ਸ਼ੰਕਾ ਉੱਭਰੀ ਕਿ 20 ਲੱਖ ਕਰੋੜ ਦਾ ਆਰਥਿਕ ਪੈਕੇਜ ਹੈ। ਤੇ ਜੇ ਅਸੀਂ ਗੱਲ ਕਰੀਏ ਤਾਂ ਜੇ ਅਸੀਂ 100 ਕਰੋੜ ਦੀ ਵੀ ਗੱਲ ਕਰੀਏ ਤਾਂ 20,000 ਰੁਪਇਆ ਹਰ ਇੱਕ ਦੇ ਹਿੱਸੇ ਵਿੱਚ ਘੱਟ ਤੋਂ ਘੱਟ ਆਉਣਾ ਚਾਹੀਦਾ। ਚਲੋ ਮੈਂ ਇਹ ਗੱਲ ਕਹਿਣਾ, ਉੱਪਰਲੀ ਕਲਾਸ ਨੂੰ ਛੱਡ ਦੇਣ ਤਾਂ ਜਿਹੜੀ ਵਿਚਾਰੀ ਬਿਲਕੁਲ ਲੋਅਰ ਕਲਾਸ ਆ, ਲੋਅਰ ਕਲਾਸ ਦੇ ਪੈਕੇਜ ਦਾ ਖਿਆਲ ਕੀ ਰੱਖਿਆ ਇਹਨਾਂ ਨੇ, ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ। ਪਰ ਇਹ ਰਿਐਲਿਟੀ ਹੈ ਭਾਰਤ ਦੀ। ਜਿੰਨੀਆਂ ਵੀ ਸਕੀਮਾਂ ਸਰਕਾਰਾਂ ਵੱਲੋਂ ਚੱਲਦੀਆਂ ਨੇ, ਉਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਬਾਬੂਸ਼ਾਹੀ, ਲਾਲ ਫੀਤਾਸ਼ਾਹੀ ਜਾਂ ਸਾਡੇ ਰਾਜਨੀਤਿਕ ਲੋਕ ਖਾ ਜਾਂਦੇ ਨੇ। ਇੱਥੋਂ ਤੱਕ ਕਿ ਫੌਜੀਆਂ ਦੇ ਤਾਬੂਤ ਵੀ ਜਿਹੜਾ ਸੀ ਉਹਦੇ ਵਿੱਚੋਂ ਵੀ ਕਮਿਸ਼ਨ ਖਾਧੀ ਗਈ। ਇਹ ਬੀਜੇਪੀ ਦੇ ਲੀਡਰਾਂ ਦਾ ਹਾਲ ਹੈ। ਹੁਣ ਦੇਖਦੇ ਆ ਇਹ 20 ਲੱਖ ਕਰੋੜ ਦਾ ਆਰਥਿਕ ਪੈਕੇਜ ਜਿਹੜਾ ਹੈ ਉਹ ਭਾਰਤ ਦੇ ਗਰੀਬ ਵਰਗ ਤੱਕ ਪਹੁੰਚਦਾ, ਕਿੱਥੋਂ ਤੱਕ ਪਹੁੰਚਦਾ? ਲੱਗਦਾ ਨਹੀਂ ਕਿ ਗਰੀਬਾਂ ਨੂੰ ਕੋਈ ਬੜੀ ਵੱਡੀ ਰਾਹਤ ਮਿਲੇਗੀ। ਆਪਣੇ ਆਪ 'ਚ ਬੀਜੇਪੀ ਦੇ ਮੂੰਹ ਤੇ ਇੱਕ ਬੜੀ ਵੱਡੀ ਚਪੇੜ ਹੈ, ਜਿਹੜੀ ਕਹਿੰਦੀ ਸੀ ਸ਼ਾਈਨਿੰਗ ਇੰਡੀਆ, ਡਿਜੀਟਲ ਇੰਡੀਆ। ਲੱਖਾਂ ਹੀ ਮਜ਼ਦੂਰ ਵਿਚਾਰੇ ਜਿਹੜੇ ਰਾਹਾਂ ਵਿੱਚ ਤੁਰੇ ਜਾਂਦੇ ਨੇ, ਉਹਨਾਂ ਦੀ 2 ਵੇਲੇ ਦੀ ਰੋਟੀ ਦਾ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਨਾ ਕਰ ਸਕੇ ਜਿਹੜੀ ਸਰਕਾਰ, ਉਹਦੀਆਂ ਬਾਕੀ ਗੱਲਾਂ ਤੇ ਨਿਰੀਆਂ ਫੜਾਂ ਹੀ ਹੋ ਕੇ ਮੁੱਕਦੀਆਂ ਨੇ। ਉਹਦੇ ਬਾਵਜੂਦ ਵੀ ਜਿਹੜਾ ਭਾਰਤ ਦੇ ਵਿੱਚ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ ਔਰ ਇਹ ਖੋਲਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਲੋਕਡਾਊਨ ਜਦੋਂ ਅਜੇ ਕੇਸ ਤਕਰੀਬਨ ਕੁਝ ਕੁ ਹਜ਼ਾਰ ਸੀ, ਉਦੋਂ ਲੋਕਡਾਊਨ ਕਰ ਦਿੱਤਾ ਗਿਆ। ਜਦੋਂ 10,000 ਹੋਈ ਤੇ ਥਾਲੀਆਂ ਖੜਕਾਈਆਂ ਗਈਆਂ। ਜਦੋਂ 20,000 ਹੋਇਆ ਤੇ ਉਦੋਂ ਦੀਵੇ ਮੋਮਬੱਤੀਆਂ ਬਾਲੀਆਂ ਗਈਆਂ। ਤੇ ਹੁਣ ਜਦੋਂ ਕੇਸ ਜਿਹੜੇ ਨੇ ਤਕਰੀਬਨ 70,000 ਤੋਂ ਟੱਪ ਚੁੱਕੇ ਨੇ, ਲੋਕਡਾਊਨ ਖੋਲਣ ਦੀ ਤਿਆਰੀ ਚੱਲ ਰਹੀ ਹੈ। ਇਹ ਵੀ ਆਪਣੇ ਆਪ 'ਚ ਇੱਕ ਹਾਸੋ ਵਾਲੀ ਸਥਿਤੀ ਹੈ। ਸੰਸਾਰ ਭਰ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਭਾਰਤ ਵਿੱਚ ਜਿਹੜਾ ਜੂਨ ਤੇ ਜੁਲਾਈ ਦਾ ਮਹੀਨਾ ਹੈ, ਉਹ ਜਿਹੜਾ ਕਰੋਨਾ ਵਾਇਰਸ ਦੀ ਇੱਕ ਹਿਸਾਬ ਦੀ ਜਿਹੜੀ ਹੈ ਸੁਨਾਮੀ ਵਰਗਾ ਹੋਵੇਗਾ, ਜਿਹੜਾ ਭਾਰਤ ਵਾਸਤੇ ਬਹੁਤ ਵੱਡਾ ਨੁਕਸਾਨ ਹੋਵੇਗਾ। ਇਹ ਵੀ ਗੱਲ ਜਿਹੜੇ ਮੋਦੀ ਦੇ ਆਰਥਿਕ ਸਲਾਹਕਾਰ ਜਿਹੜੇ ਰਹੇ ਨੇ ਸਾਬਕਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਵਿੱਚ ਆਰਥਿਕ ਪਰਲੈ ਆਉਣ ਵਾਲੀ ਹੈ, ਕਿ ਗਰੀਬ ਬਹੁਤ ਜ਼ਿਆਦਾ ਗਰੀਬ ਹੋ ਜਾਣਗੇ। ਇੱਕ ਵਾਰੀ ਜਿਹੜੀ ਭਾਰਤ ਦੀ ਜਿਹੜੀ ਆਰਥਿਕਤਾ ਹੈ ਉਹ ਹਿੱਲ ਕੇ ਰਹਿ ਜਾਏਗੀ। ਇਹਨਾਂ ਦੇ ਵਾਸਤੇ ਜਿਹੜੇ ਸਿਆਣੇ ਅਰਥ ਸ਼ਾਸਤਰੀ ਚਾਹੀਦੇ ਸਨ, ਆਪਣੇ ਡਾਕਟਰ ਮਨਮੋਹਨ ਸਿੰਘ ਤੇ ਹੋਰ, ਉਹਨਾਂ ਦੀ ਸਲਾਹ ਲਏ ਬਗੈਰ ਇੱਕ ਜਿਹੜੇ ਉਹ ਲੋਕ ਗੱਦੀਆਂ ਤੇ ਬੈਠੇ ਹੋਏ ਨੇ, ਜਿਹੜੇ ਅਨਐਕਸਪੀਰੀਅੰਸ ਨੇ, ਜਿਨ੍ਹਾਂ ਨੂੰ ਭਾਰਤ ਨੂੰ ਚਲਾਉਣ ਦਾ ਕੋਈ ਬਹੁਤਾ ਤਜਰਬਾ ਨਹੀਂ, ਉਹ ਲੋਕ ਮੈਨੂੰ ਲੱਗਦਾ ਭਾਰਤ ਦੀ ਆਰਥਿਕਤਾ ਨੂੰ ਲੈ ਡੁੱਬਣਗੇ। ਇਹਦੇ ਬਾਵਜੂਦ ਵੀ ਜੀਵਨ ਦੀ ਆਸ ਜਿਹੜੀ ਹੈ ਲਗਾਤਾਰ ਜਾਰੀ ਹੈ, ਜਿਉਂਦੇ ਰਹਿਣਾ ਪਵੇਗਾ। ਇਸ ਕੋਵਿਡ-19 ਦੇ ਵਿੱਚ ਮੈਂ ਇਹ ਗੱਲ ਕਹਾਂਗਾ ਆਪ ਜੀ ਨੂੰ, ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਚੰਗੀ ਖੁਰਾਕ ਖਾਣੀ, ਐਕਸਰਸਾਈਜ਼ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਔਰ ਜਿਹੜੀ ਆਈਸੋਲੇਸ਼ਨ ਹੈ ਸਾਡੀ, ਉਹਨੂੰ ਦੂਰ ਕਰਨ ਲਈ ਆਪਣੇ ਬਜ਼ੁਰਗਾਂ ਨੂੰ, ਪਰਿਵਾਰ ਨੂੰ ਲਗਾਤਾਰ ਫੋਨ ਕਰਦੇ ਰਹੋ, ਉਹਨਾਂ ਦੇ ਸੰਪਰਕ ਵਿੱਚ ਰਹੋ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਬੈਕ। ਦੇਖ ਰਹੇ ਹੋ ਅਕਾਲ ਚੈਨਲ, ਸੇਵਾ ਵਿੱਚ ਹਾਜ਼ਰ ਹਾਂ ਜੀ, ਨਿਰਮਲਜੀਤ ਸਿੰਘ। ਦੇਖ ਰਹੇ ਹੋ ਸੀ ਖਬਰਨਾਮਾ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਖਬਰ ਵਿੱਚ ਹੈ ਕਿ ਸੁਮੇਧ ਸੈਣੀ ਤੇ ਇੱਕ ਪੁਰਾਣਾ ਕੇਸ ਖੁੱਲਿਆ, ਜਿਹੜਾ ਤਕਰੀਬਨ ਅੱਜ ਤੋਂ 23 ਸਾਲ ਪੁਰਾਣਾ। ਉਹਦੇ ਵਿੱਚ ਇੱਕ ਪਰਿਵਾਰ ਦੇ ਜੀਆਂ ਨੂੰ, ਮੁਲਤਾਨੀ ਨੂੰ ਚੁੱਕ ਕੇ ਕਤਲ ਕਰ ਦਿੱਤਾ ਗਿਆ। ਉਹ ਕੇਸ ਚੱਲਦਾ ਰਿਹਾ। ਸੁਪਰੀਮ ਕੋਰਟ ਨੇ ਉਸ ਕੇਸ ਨੂੰ 2015 ਵਿੱਚ ਬੰਦ ਕਰ ਦਿੱਤਾ। ਉਹ ਕੇਸ ਫਿਰ ਖੁੱਲਿਆ। ਉੱਥੇ ਹੁਣ ਜਿਹੜੀ ਉਹਦੀ ਜ਼ਮਾਨਤ ਦੀ ਗੱਲ ਚੱਲੀ ਸੀ, ਉਹਦੇ ਵਿੱਚ ਵੱਡੀ ਗੱਲ ਆਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਗੁਰਦੁਆਰਾ ਜੁਡੀਸ਼ੀਅਲੀ ਜਿਹੜੀ ਹੈ ਉਹਦੇ ਵਕੀਲ ਗਏ, ਉਹਨਾਂ ਦਾ ਬੇਟਾ ਗਿਆ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੁਲਾਰਾ ਹੈ ਤੇ ਜਿਹੜਾ ਕਾਨੂੰਨੀ ਸਲਾਹਕਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ, ਉਹਨਾਂ ਵਕੀਲਾਂ ਨੇ ਜਾ ਕੇ ਜਦੋਂ ਰਿਟ ਪਾਈ ਤਾਂ ਪੰਥ ਵਿੱਚ ਇੱਕ ਵਾਰੀ ਜਿਹੜਾ ਸੀ ਰੋਸ ਉੱਭਰ ਕੇ ਆਇਆ। ਪਰ ਫਿਰ ਵੀ ਜਦੋਂ ਰਲੀਆਂ ਚੁਗਦੇ ਹੋਣ, ਸਰਕਾਰਾਂ ਰਲੀਆਂ ਹੋਣ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ, ਉਹ ਆਪਣੇ ਵੱਡੇ ਪੁਲਿਸ ਅਫਸਰਾਂ ਨੂੰ, ਭਾਵੇਂ ਉਹ ਮਨੁੱਖਤਾ ਦੇ ਜਿੰਨੇ ਮਰਜ਼ੀ ਵੱਡੇ ਕਾਤਲ ਹੋਣ, ਉਹਨਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਨੇ। ਇੱਕ ਬੜੀ ਦੁਖਦਾਈ ਗੱਲ ਹੈ। ਪਤਾ ਨਹੀਂ ਕਿਹੋ ਜਿਹੇ ਰਾਜ ਇਹਨਾਂ ਲੋਕਾਂ ਦੇ ਕੋਲ, ਸੁਮੇਧ ਸੈਣੀ ਵਰਗਿਆਂ ਕੋਲ, ਸਰਕਾਰਾਂ ਦੇ ਹਨ ਕਿ ਸਰਕਾਰਾਂ ਉਹਨਾਂ ਨੂੰ ਬਚਾਉਣ ਵਿੱਚ, ਉਹਨਾਂ ਨੂੰ ਪ੍ਰੋਟੈਕਟ ਕਰਨ ਵਿੱਚ ਲੱਗੀਆਂ ਹੋਈਆਂ। ਇਨਸਾਫ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨੁੱਖਤਾ ਨਾਲ ਬੇਇਨਸਾਫੀ ਕੀਤੀ ਹੈ, ਲੋਕਾਂ ਨੂੰ ਬੇਕਸੂਰਾਂ ਨੂੰ ਮਾਰਿਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਾਨੂੰਨ ਵੀ ਕਹਿੰਦਾ ਹੈ, ਇਹ ਸੰਵਿਧਾਨ ਵੀ ਕਹਿੰਦਾ। ਪਰ ਪੰਜਾਬ ਦੀਆਂ ਸਰਕਾਰਾਂ ਸ਼ਾਇਦ ਘੱਟ ਗਿਣਤੀਆਂ ਨੂੰ ਕਤਲ ਕਰਕੇ ਉਹਨਾਂ ਲੋਕਾਂ ਕਾਤਲਾਂ ਦੀ ਹੀ ਜਿਹੜੀ ਹੈ ਲਗਾਤਾਰ ਖਾਨਾ ਪੂਰਤੀ ਕਰਦੇ ਨੇ। ਉੱਥੇ ਜਿਹੜੀ ਇੱਕ ਚਸ਼ਮਦੀਦ ਗਵਾਹ ਬੀਬੀ ਸਾਹਮਣੇ ਆਈ ਹੈ,
ਜਿਹਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਸਨੇ ਦੇਖਿਆ ਸੀ ਜਦੋਂ ਮੁਲਤਾਨੀ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਸੀ, ਉਸ ਨੂੰ ਅਰੈਸਟ ਕਰਦਿਆਂ ਹੋਇਆਂ ਉੱਥੇ ਸਾਰਾ ਕੁਝ ਹੁੰਦਿਆਂ ਦੇਖਿਆ। ਪਰ ਸੁਮੇਧ ਸੈਣੀ ਨੂੰ ਅਦਾਲਤ ਨੇ ਆਖੋ ਪਰੋਖੀ ਕਰਦੇ ਹੋਏ ਉਹਨੂੰ ਜ਼ਮਾਨਤ ਦੇ ਦਿੱਤੀ ਹੈ, ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ, ਤੇ ਇਹਦੇ ਨਾਲ ਜਿਹੜਾ ਹੈ ਇੱਕ ਹੋਰ ਅਧਿਆਇ ਜੁੜ ਜਾਂਦਾ ਹੈ ਭਾਰਤ ਸਰਕਾਰ ਦੀ, ਪੰਜਾਬ ਸਰਕਾਰ ਦੀ ਔਰ ਅਦਾਲਤਾਂ ਦੀ ਬੇਇਨਸਾਫੀ ਦਾ, ਕਿ ਇਹੋ ਜਿਹੇ ਲੋਕ ਲਗਾਤਾਰ ਅਦਾਲਤਾਂ ਦੀ ਅੱਖਾਂ ਵਿੱਚ ਜਿਹੜਾ ਹੈ ਘੱਟਾ ਪਾ ਕੇ ਜਾਂ ਕਿਵੇਂ ਡਰਾ ਧਮਕਾ ਕੇ ਬੇਇਨਸਾਫੀ ਜਿਹੜੀ ਹੈ ਹੁੰਦੀ ਰਹੇਗੀ। ਉੱਥੇ ਸਿੱਖ ਜਿਹੜੇ ਨੇ ਬੇਕਸੂਰੇ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਦੇ ਅਜੇ ਤੱਕ ਰਾਹ ਨਹੀਂ ਖੁੱਲੇ। ਕਿ ਅਦਾਲਤਾਂ ਸੁੱਤੀਆਂ ਹੋਈਆਂ ਨੇ ਜਾਂ ਜਾਣਬੁੱਝ ਕੇ ਐਸਾ ਹੋ ਰਿਹਾ ਹੈ, ਇਹ ਸਿੱਖਾਂ ਦੇ ਵਿੱਚ ਹਮੇਸ਼ਾ ਹੀ ਬੇਚੈਨੀ ਗੱਲਾਂ ਜਿਹੜੀਆਂ ਨੇ ਪੈਦਾ ਕਰਦੀਆਂ ਨੇ। ਮੇਰੇ ਕੋਲ ਅਗਲੀ ਖਬਰ ਹੈ ਜੀ ਕਿ ਪੰਜਾਬ ਸਰਕਾਰ ਜਿਹੜੀ ਚਾਹੁੰਦੀ ਹੈ ਵੀ ਹੋਮ ਡਿਲੀਵਰੀ ਸ਼ਰਾਬ ਦੀ ਕੀਤੀ ਜਾਵੇ। ਉੱਥੇ ਸਰਕਾਰ ਅਤੇ ਪਾਰਟੀ ਵਿੱਚ ਆਪੋ ਵਿੱਚ ਹੀ ਵਿਰੋਧ ਜਿਹੜਾ ਹੈ ਉਹ ਹੋ ਰਿਹਾ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਦਿਸ਼ਾ ਨਿਰਦੇਸ਼ਾਂ ਤੇ ਸ਼ਰਾਬ ਦੀ ਡਿਲੀਵਰੀ ਦੀ ਆਗਿਆ ਸੰਬੰਧੀ ਲਾਗੂ ਕਰਨ ਤੇ ਹੋਮ ਡਿਲੀਵਰੀ ਦੀ ਗੱਲ ਜਿਹੜੀ ਉਹ ਫਸ ਗਈ, ਕਿਉਂਕਿ ਕਾਂਗਰਸ ਦੇ ਵਿਚਲੇ ਆਪਣੇ ਹੀ ਲੋਕ ਜਿਹੜੇ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਉੱਥੇ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਨੇ, ਜਿਹੜੇ ਮੁੱਖ ਸਕੱਤਰ ਨੇ ਅਵਤਾਰ ਹੋਰੀ, ਉਹਨਾਂ ਦੇ ਨਾਲ ਮੰਤਰੀਆਂ ਦਾ ਜਿਹੜਾ ਪੇਚਾ ਫਿਸ ਗਿਆ, ਕਿਉਂਕਿ ਇਹ ਗੱਲ ਬੜੇ ਲੰਮੇ ਸਮੇਂ ਤੋਂ ਕਹੀ ਜਾਂਦੀ ਰਹੀ ਹੈ ਕਿ ਜਿਹੜੇ ਇਹ ਲੋਕ ਨੇ ਇਹ ਲਗਾਤਾਰ ਜਿਹੜੇ ਨੇ ਉਹ ਸਿੱਖਾਂ ਦੇ ਆਪਣੇ ਪੰਜਾਬੀਆਂ ਦੇ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਨਹੀਂ ਦੇ ਰਹੇ। ਈਵਨ ਕਿ ਜਿਹੜੇ ਐਮਐਲਏ ਨੇ ਪੰਜਾਬ ਸਰਕਾਰ ਦੇ, ਉਹਨਾਂ ਐਮਐਲਏਜ਼ ਨੂੰ ਵੀ ਜਿਹੜਾ ਹੈ ਉਹ ਨਹੀਂ ਮਿਲਣ ਦਿੱਤਾ ਜਾਂਦਾ। ਔਰ ਇਹ ਜ਼ਿਆਦਾਤਰ ਜਿਹੜਾ ਸਮਾਂ ਹੈ ਉਹ ਇਹ ਜਿਹੜੇ ਪੰਜਾਬ ਦੇ ਸਕੱਤਰ ਨੇ, ਮੁੱਖ ਸਕੱਤਰ ਨੇ, ਇਹ ਆਪੇ ਹੀ ਟਾਲ ਦਿੰਦੇ ਨੇ ਐਮਐਲਏਜ਼ ਨੂੰ। ਇਸ ਦਾ ਵੀ ਮਸਲਾ ਭਖਿਆ। ਹੁਣ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਕਿਵੇਂ ਇਸ ਚੀਜ਼ ਨੂੰ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕਵਰ ਕੀਤਾ ਜਾਂਦਾ। ਪਰ ਮੁੱਖ ਸਕੱਤਰ, ਕਿਉਂਕਿ ਬਾਕੀ ਸਾਰੇ ਮੰਤਰੀ ਤੇ ਹੋਰ ਅਫਸਰ ਆਏ ਸਨ, ਉੱਥੇ ਮੁੱਖ ਸਕੱਤਰ ਜਿਹੜਾ ਸੀ ਉਹ ਵੀਡੀਓ ਕਾਨਫਰੰਸ ਨਹੀਂ ਆਇਆ। ਇਹ ਵੀ ਕਿਹਾ ਜਾਂਦਾ ਕਿ ਮੁੱਖ ਮੰਤਰੀ ਹੋਰਾਂ ਨੇ ਇਸ ਗੱਲ ਤੇ ਜਿਹੜਾ ਸੀ ਉਹ ਦੁੱਖ ਜ਼ਾਹਰ ਕੀਤਾ ਵੀ ਬਾਕੀ ਆ ਸਕਦੇ ਤੇ ਤੈਨੂੰ ਭਾਈ ਆਉਂਦਿਆਂ ਕੀ ਹੈ। ਹੁਣ ਦੇਖਦੇ ਹਾਂ ਆਉਂਦੇ ਦਿਨਾਂ ਵਿੱਚ ਇਹ ਲੜਾਈ ਜਿਹੜੀ ਹੈ ਕਿੱਥੋਂ ਤੱਕ ਜਾਂਦੀ ਹੈ। ਕਾਂਗਰਸ ਦੇ ਮੰਤਰੀਆਂ ਨੇ ਵੀ ਵਿਰੋਧ ਕੀਤਾ ਕਿ ਜਿਹੜੀ ਸ਼ਰਾਬ ਦੀ ਹੋਮ ਡਿਲੀਵਰੀ ਹੈ ਕਾਂਗਰਸ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਸ਼ਰਾਬ ਇੱਕ ਨਹੀਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਦੀ ਸਿਹਤ ਵਾਸਤੇ, ਸਮਾਜਿਕ ਤੌਰ ਤੇ ਜਾਂ ਅਸੀਂ ਧਾਰਮਿਕ ਤੌਰ ਤੇ ਵੀ ਕਹਿ ਲਈਏ, ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਕਰ ਰਹੀ ਹੈ। ਖਬਰ ਵੱਲ ਚੱਲਦੇ ਹਾਂ ਜੀ। ਮਹਾਰਾਸ਼ਟਰ ਤੇ ਪਟੜੀਆਂ ਤੇ ਸੌਂ ਰਹੇ ਸਨ ਕੁਝ ਮਜ਼ਦੂਰ। ਇਹਨਾਂ ਮਜ਼ਦੂਰਾਂ ਨੂੰ ਜਿਹੜਾ ਸੀ ਉਹ ਰਾਤ ਸੁੱਤਿਆਂ ਪਿਆਂ ਨੂੰ ਉੱਪਰ ਟ੍ਰੇਨ ਚੜ੍ਹ ਗਈ, ਜਿਹਦੇ ਵਿੱਚ 14 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਤਾਂ ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖ ਰਹੇ ਹਾਂ ਕਿਵੇਂ ਮਜ਼ਦੂਰ ਵਿਚਾਰੇ ਮਰ ਰਹੇ ਨੇ, ਭੁੱਖੇ ਮਰ ਰਹੇ ਨੇ, ਤੜਪ ਰਹੇ ਨੇ। ਪਰ ਕਿਉਂਕਿ ਇਹ ਘਟਨਾ ਮਹਾਰਾਸ਼ਟਰ ਵਿੱਚ ਹੋਈ, ਕਿਉਂਕਿ ਇਹ ਘਟਨਾ ਜਿਹੜੀ ਹੈ ਉਹ ਬੀਜੇਪੀ ਦੀ ਸਰਕਾਰ ਜਿੱਥੇ ਨਹੀਂ ਹੈ ਉੱਥੇ ਹੋਈ, ਇਸ ਕਰਕੇ ਕੇਂਦਰ ਸਰਕਾਰ ਨੇ ਇਸ ਨੂੰ ਬੜਾ ਚੁੱਕਿਆ ਔਰ ਚੁੱਕ ਕੇ ਲਗਾਤਾਰ ਜਿਹੜਾ ਹੈ ਇਸ ਦੇ ਬਾਰੇ ਵਿੱਚ ਹਾਈਲਾਈਟ ਕੀਤਾ ਗਿਆ। ਇਹ ਕਿਹਾ ਵੀ ਮਜ਼ਦੂਰ ਸੋਚਦੇ ਸਨ ਵੀ ਇੱਧਰ ਕਿਹੜੀ ਟ੍ਰੇਨ ਆਉਣੀ ਹੈ, ਵਿਚਾਰੇ ਥੱਕੇ ਟੁੱਟੇ ਸੌਂ ਗਏ ਔਰ ਉਹਨਾਂ ਨੂੰ ਉੱਥੇ ਸੌਣ ਕਰਕੇ ਉਹਨਾਂ ਦੀ ਮੌਤ ਦਾ ਕਾਰਨ ਬਣੀ ਟ੍ਰੇਨ, ਉਹਨਾਂ ਦੇ ਉੱਪਰੋਂ ਲੰਘ ਗਈ। ਇੱਕ ਦੁਖਦਾਈ ਖਬਰ ਹੈ। ਭਾਰਤ ਵਿੱਚ ਖਾਸ ਤੌਰ ਤੇ ਜਿਹੜਾ ਮਜ਼ਦੂਰ ਵਰਗ ਹੈ ਉਹ ਇੰਨਾ ਜ਼ਿਆਦਾ ਸਫ਼ਰ ਕਰ ਰਿਹਾ ਕਿ ਉਹਦੇ ਕੋਲ ਖਾਣ ਵਾਸਤੇ 2 ਵੇਲੇ ਦੀ ਰੋਟੀ ਵੀ ਨਹੀਂ ਹੈ। ਔਰ ਜਿਹੜੀ ਪਾੜਾ ਇੰਨਾ ਜ਼ਿਆਦਾ ਵੱਧ ਗਿਆ ਕਿ 30% ਤੋਂ ਜ਼ਿਆਦਾ ਲੋਕ ਭਾਰਤ ਦੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਨੇ। ਉਹਨਾਂ ਲੋਕਾਂ ਕੋਲ ਗਰੀਬੀ ਰੇਖਾ ਤੋਂ ਇਹ ਲਾ ਲਈਏ ਵੀ 2 ਵੇਲੇ ਦੀ ਰੋਟੀ, ਰਹਿਣ ਵਾਸਤੇ ਘਰ, ਜ਼ਰੂਰਤ ਦੇ ਕੱਪੜੇ, ਜ਼ਰੂਰਤ ਦਾ ਸਮਾਨ ਨਹੀਂ ਹੈ। ਅਜਿਹੀ ਹਾਲਤ ਵਿੱਚ ਵਿਚਾਰੇ ਮਜ਼ਦੂਰਾਂ ਵੱਲੋਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਕਿ ਉਹ ਵਿਚਾਰੇ ਜਾਨਵਰਾਂ ਤੋਂ ਬਦਤਰ ਆਪਣਾ ਜੀਵਨ ਬਤੀਤ ਕਰ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਨਾਲ ਤੇ ਸ਼ਾਇਦ ਲੋਕੀ ਘੱਟ ਮਰਨ, ਪਰ ਭੁੱਖ ਦੇ ਨਾਲ ਜਿਹੜੇ ਨੇ ਲੋਕ ਉਹ ਜ਼ਿਆਦਾ ਮਰਨਗੇ, ਇਹ ਜਿਹੜਾ ਹੈ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਔਰ ਇਹ ਵੀ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਮਜ਼ਦੂਰਾਂ ਦੇ ਵਾਸਤੇ ਅਜੇ ਤੱਕ ਕੋਈ ਵੀ ਸਰਕਾਰ ਉਹਨਾਂ ਦੀ ਮਦਦ ਵਾਸਤੇ ਸਾਹਮਣੇ ਨਹੀਂ ਆਈ। ਇਹਦੇ ਉਲਟਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ
ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਚੰਗੀ ਤਰੱਕੀ ਮਿਲੀ। ਈਵਨ ਕਈ ਜਗ੍ਹਾ ਤੇ ਉਹ ਪੰਜਾਬੀਆਂ ਨਾਲੋਂ ਵੀ ਵੱਧ ਕੇ ਵਧੀਆ ਜੀਵਨ ਬਤੀਤ ਕਰ ਰਹੇ ਨੇ। ਔਰ ਇੱਥੋਂ ਤੱਕ ਵੀਡੀਓਜ਼ ਦੇਖਣ ਨੂੰ ਮਿਲੇ ਕਿ ਜਦੋਂ ਇਹ ਲੋਕ ਜਿਹੜੇ ਸਨ ਲੰਗਰ ਲੈ ਕੇ ਸਿੱਖ ਜਾਂਦੇ ਨੇ ਤੇ ਉਹ ਕਹਿੰਦੇ ਸਾਨੂੰ ਲੰਗਰ ਨਹੀਂ, ਸਾਨੂੰ ਜਿਹੜਾ ਹੈ ਮੀਟ ਸ਼ਰਾਬ ਚਾਹੀਦਾ ਹੈ। ਇਹੋ ਜਿਹਾ ਪੰਜਾਬ ਦਾ ਮਜ਼ਦੂਰ ਜਿਹੜਾ ਹੈ ਉਹ ਤਰੱਕੀ ਕਰ ਚੁੱਕਿਆ ਸੀ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਮੇਰੇ ਕੋਲ ਆ ਰਹੀ ਹੈ ਉਹ ਹੈ, ਇੱਕ ਰਿਵਿਊ ਕੀਤਾ ਗਿਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਜਿਹੜੇ 100 ਸਿੱਖ ਨੇ, ਜਿਹੜੇ ਪ੍ਰਭਾਵਸ਼ਾਲੀ ਸਿੱਖ ਨੇ ਜਿਨ੍ਹਾਂ ਦਾ ਇਫੈਕਟ ਹੈ, ਉਹਨਾਂ ਦੀ ਇੱਕ ਸੂਚੀ ਆਈ ਤੇ ਉਹਦੇ ਵਿੱਚ 30 ਸਾਲ ਤੋਂ ਘੱਟ ਉਮਰ ਦੀ ਜਦੋਂ ਗਿਣਤੀ ਆਈ ਤਾਂ ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਕਿ ਇਹ ਜਿਨ੍ਹਾਂ ਨੇ ਵੀ ਇਹ ਐਨਾਲਿਸਿਸ ਕਰਵਾਇਆ ਆ ਕਿ ਉਹਨਾਂ ਨੇ ਐਮੀ ਵਿਰਕ, ਉਸ ਤੋਂ ਬਾਅਦ ਗੁਰੂ ਰੰਧਾਵਾ, ਉਸ ਤੋਂ ਬਾਅਦ ਸਿੱਧੂ ਮੂਸੇਵਾਲਾ, ਸੋਨਮ ਬਾਜਵਾ, ਜਸ ਮਾਨਕ, ਇਹਨਾਂ ਨੂੰ ਜਿਹੜਾ ਹੈ ਸਥਾਨ ਦਿੱਤਾ। ਇੱਕ ਗੱਲ ਮੈਂ ਸੋਚਣ ਲਈ ਮਜਬੂਰ ਹੋਇਆ ਕਿ ਸਿੱਧੂ ਮੂਸੇ ਵਰਗਾ ਜਾਂ ਹੋਰ ਜਿਹੜੇ ਗੰਦੇ ਗਾਇਕ, ਗੰਦੇ ਗੀਤ ਗਾਉਣ ਵਾਲੇ ਗਾਇਕ ਨੇ, ਕਿ ਪੰਜਾਬ ਦੇ ਲੋਕ ਇਹਨਾਂ ਲੋਕਾਂ ਨੂੰ ਪਸੰਦ ਕਰਦੇ ਨੇ, ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹਦਾ ਲੋਕਾਂ ਦਾ ਹੀ ਪ੍ਰਭਾਵ ਹੈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਇਹੋ ਜਿਹੇ ਗਾਇਕ ਲੋਕਾਂ ਦੇ ਆਈਡੀਅਲ ਬਣ ਜਾਣ ਜਿਹੜੇ ਜਾਂ ਅਸ਼ਲੀਲ ਜਾਂ ਗੰਦੇ ਗੀਤ ਗਾਉਣ ਵਾਲੇ ਨੇ, ਉਦੋਂ ਫਿਰ ਉੱਥੋਂ ਦੀ ਨੌਜਵਾਨੀ ਜਾਂ ਉੱਥੋਂ ਦੇ ਆਲੇ ਦੁਆਲੇ ਦਾ ਸਾਰੇ ਦਾ ਪਤਾ ਲੱਗ ਜਾਂਦਾ ਕਿ ਇਹ ਲੋਕ ਕਿੱਥੇ ਜਿਉ ਰਹੇ ਨੇ। ਚਾਹੀਦਾ ਇਹ ਸੀ ਇਸ ਸੂਚੀ ਦੇ ਵਿੱਚ ਉਹ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ, ਖਿਡਾਰੀਆਂ ਦਾ ਨਾਮ ਆਉਂਦਾ, ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਮਾਰ ਕਰ ਰੱਖਿਆ, ਉਹਨਾਂ ਨੂੰ ਬਹੁਤ ਥੱਲੇ ਰੱਖਿਆ ਗਿਆ। ਇਹੋ ਜਿਹੇ ਐਨਾਲਿਸਿਸ ਹੋ ਸਕਦਾ ਇਹ ਆਪਣੇ ਤੌਰ ਤੇ ਠੀਕ ਹੋਣ, ਪਰ ਜਿਹੜੇ ਤਰੀਕੇ ਨਾਲ ਪੰਜਾਬੀਆਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ, ਸਿੱਧ ਕੀਤਾ ਵੀ ਅਸੀਂ ਇਹਨਾਂ ਨੂੰ ਜ਼ਿਆਦਾ ਲਾਈਕ ਕਰਦੇ ਹਾਂ, ਉੱਥੇ ਆਉਣ ਵਾਲੇ ਜਿਹੜੀ ਸਾਡੀ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਪੰਜਾਬੀਆਂ ਦੇ ਆਈਡੀਅਲ ਚੰਗੇ ਡਾਕਟਰ, ਇੰਜੀਨੀਅਰ, ਚੰਗੇ ਸਾਇੰਟਿਸਟ ਹੋਣੇ ਚਾਹੀਦੇ ਸਨ। ਸਿੱਖ ਬੱਚਿਆਂ ਦੀ ਕਮੀ ਨਹੀਂ ਹੈ ਦੁਨੀਆ ਭਰ ਦੇ ਵਿੱਚ, ਜਾਂ ਲੱਗਦਾ ਹੈ ਕਿ ਜਾਣ-ਬੁੱਝ ਕੇ ਐਸਾ ਕੀਤਾ ਜਾਂਦਾ ਕਿ ਪੰਜਾਬੀ ਜਿਹੜੇ ਨੇ ਵੀ ਉਹ ਜੀ ਇਹ ਤਾਂ ਇੱਥੇ ਇਸ ਤਰ੍ਹਾਂ ਦੇ ਹੀ ਨੇ, ਇਸ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਕਰਦੇ ਨੇ। ਇਸ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਜੀ। ਔਰ ਮੇਰੇ ਕੋਲ ਜਿਹੜੀ ਲਾਸਟ ਖਬਰ ਹੈ ਉਸ ਦੇ ਬਾਰੇ ਚ ਗੱਲਬਾਤ ਕਰਦੇ ਹਾਂ। ਲਾਸਟ ਖਬਰ ਜਿਹੜੀ ਹੈ ਉਹ ਹੈ ਤਾਲਾਬੰਦੀ ਦੇ ਦੌਰਾਨ 300 ਵੱਧ ਲੋਕਾਂ ਦੀ ਮੌਤ ਹੋਈ। ਔਰ ਇਹ ਵੀ ਸਭ ਤੋਂ ਵੱਧ ਜਿਹੜੀਆਂ ਖੁਦਕੁਸ਼ੀਆਂ ਇਕੱਲੇਪਨ ਤੇ ਕਰੋਨਾ ਵਾਇਰਸ ਦੇ ਡਰ ਨਾਲ ਹੋਈਆਂ। ਹੁਣ ਜਿਹੜੀ ਭਾਰਤ ਦੀ ਇਹ ਖਬਰ ਹੈ, ਭਾਰਤ ਵਿੱਚ ਲਗਾਤਾਰ ਜਿਹੜੀ ਇਹੋ ਜਿਹੀ ਖਬਰ ਆਉਣੀ ਕਿ 300 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ, ਇੱਕ ਬੜੀ ਵੱਡੀ ਦੁਖਦਾਈ ਖਬਰ ਹੈ। 300 ਬੰਦੇ ਦਾ ਮਰ ਜਾਣਾ ਇਸ ਕਰਕੇ ਕਿ ਉਹ ਵਿਚਾਰੇ ਇਕੱਲੇ ਸਨ, ਇਸ ਕਰਕੇ ਉਹਨਾਂ ਦਾ ਮਰ ਜਾਣਾ ਕਿ ਉਹ ਲੋਕ ਵਿਚਾਰੇ ਜਿਹੜੇ ਨੇ ਉਹ ਡਰ ਚੁੱਕੇ ਸਨ, ਜਾਂ ਭੁੱਖ ਕਰਕੇ, ਜਾਂ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਦੁਨੀਆ ਭਰ ਵਿੱਚ ਐਸਾ ਹੋ ਰਿਹਾ ਹੈ। ਬ੍ਰਿਟੇਨ ਦੇ ਵਿੱਚ ਵੀ ਜਿਹੜਾ ਹੈ ਉਹ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਜਿਹੜਾ ਹੈ ਉਹ ਲਗਾਤਾਰ ਵੱਧਦਾ ਪਿਆ, ਔਰ ਵਾਧੇ ਵਿੱਚ ਤਕਰੀਬਨ 15-20 ਮੌਤਾਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਦੇ ਕਰਕੇ ਹੋਈਆਂ ਨੇ। ਸਾਡੇ ਕੋਲ ਜਿਹੜੀ ਇਸ ਵੇਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਇਹ ਹੈ ਕਿ ਇਹਨਾਂ 300 ਲੋਕਾਂ ਵਿਚਾਰਿਆਂ ਦੀ ਮੌਤ ਦਾ ਹੋ ਜਾਣਾ, ਜਿਹੜੇ ਲਗਾਤਾਰ ਡਰ ਰਹੇ ਸਨ ਇਸ ਕਰੋਨਾ ਤੋਂ, ਆਪਣੇ ਆਪ 'ਚ ਬੜੀ ਦੁਖਦਾਈ ਖਬਰ ਹੈ। ਇਹਦੇ ਵਿੱਚ ਜਿਹੜੇ ਸਿੱਧੇ ਤੌਰ ਤੇ ਕਰੋਨਾ ਵਾਇਰਸ ਨਾਲ ਜੁੜੇ ਹੋਏ ਸਨ ਜਾਂ ਜਿਨ੍ਹਾਂ ਦੀਆਂ ਹੋਰ ਸਮੱਸਿਆਵਾਂ ਸਨ, ਇਹ ਗੱਲ ਨੂੰ ਜਿਹੜਾ ਹੈ ਉਹ ਨਾਲ ਨੋਟ ਕੀਤਾ ਗਿਆ। ਸੋ ਇਕੱਲਾਪਨ ਜਿਹੜਾ ਹੈ ਉਹ ਨੈਗੇਟਿਵਿਟੀ ਦਿੰਦਾ ਹੈ। ਡਰ ਜਿਹੜਾ ਆ ਉਹ ਸਾਨੂੰ ਆਪਣਾ ਆਤਮ ਹੱਤਿਆ ਵਾਸਤੇ ਜਿਹੜਾ ਹੈ ਪ੍ਰੋਤਸਾਹਿਤ ਕਰਦਾ ਆ। ਪਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜਾ ਹੈ ਉਹ ਇੱਕ ਗੱਲ ਸਾਡੇ ਜ਼ਿਹਨ ਵਿੱਚ ਰਹਿਣੀ ਚਾਹੀਦੀ ਹੈ ਕਿ ਜੀਵਨ ਬੜੀ ਅਮੁੱਲਕ ਦਾਤ ਹੈ। ਸਾਨੂੰ ਜਿਉਣਾ ਤੇ ਜਿਉਣ ਦੇ ਉਹਦੇ ਉੱਪਰ ਚੱਲਣਾ ਚਾਹੀਦਾ। ਆਪਣੇ ਸਾਰੇ ਆਲੇ ਦੁਆਲੇ ਵਿੱਚ ਜਿੱਥੇ ਵੀ ਦੇਖੀਏ ਕੋਈ ਜ਼ਰੂਰਤਮੰਦ ਹੈ, ਕੋਈ ਇਵੇਂ ਮੈਂ ਗੱਲ ਕੀਤੀ ਕਿ ਆਪਣਿਆਂ ਨੂੰ ਫੋਨ ਕਾਲ ਕਰਦੇ ਰਹੀਏ, ਇੱਕ ਦੂਜੇ ਨੂੰ ਜਿਹੜਾ ਹੈ ਪੋਜ਼ਿਟਿਵਿਟੀ ਦਿੰਦੇ ਰਹੀਏ, ਚੜ੍ਹਦੀ ਕਲਾ ਦਿੰਦੇ ਰਹੀਏ। ਲੋੜ ਪੈਣ ਤੇ ਕਿਸੇ ਦੀ ਪ੍ਰਸ਼ਾਦੇ ਪਾਣੀ ਨਾਲ, ਕਿਸੇ ਵੀ ਤਰੀਕੇ ਦੇ ਨਾਲ ਅਸੀਂ ਕਿਸੇ ਨੂੰ ਮਾਨਸਿਕ ਤੌਰ ਤੇ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਲਿਆ ਸਕਦੇ ਆ। ਇਹ ਬਹੁਤ ਜ਼ਰੂਰੀ ਹੈ। ਸਾਡੇ ਆਲੇ ਦੁਆਲੇ ਜੋ ਕੁਝ ਬੀਤ ਰਿਹਾ ਉਸ ਤੋਂ ਅਸੀਂ ਜਿਹੜਾ ਹੈ ਕੁਝ ਸਬਕ ਸਿੱਖੀਏ। ਇਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ। ਔਰ ਇਹ ਜਿਹੜੀਆਂ ਮੌਤਾਂ ਨੇ ਇਹ ਜ਼ਿਆਦਾ ਦੁਖਦਾਈ ਨੇ, ਜਿਹਦੇ ਵਿੱਚ 14 ਲੋਕ ਉਹ ਵੀ ਸ਼ਾਮਿਲ ਨੇ ਜਿਨ੍ਹਾਂ ਦੀ ਅਸੀਂ ਗੱਲ ਕਰ ਹਟੇ ਹਾਂ। ਅੰਕੜੇ ਦੱਸਦੇ ਨੇ ਕਿ 80 ਤੋਂ ਵੱਧ ਲੋਕਾਂ ਨੇ ਇਕੱਲੇਪਨ ਤੋਂ ਘਬਰਾ ਕੇ ਜਿਹੜੀ ਸੀ ਉਹ ਖੁਦਕੁਸ਼ੀ ਕਰ ਲਈ ਹੈ।
ਇਸ ਤੋਂ ਵੱਡਾ ਵੀ ਅੰਕੜਾ ਉਹਨਾਂ ਮਜ਼ਦੂਰਾਂ ਦਾ ਜਿਹੜੇ ਬੰਦ ਦੇ ਦੌਰਾਨ ਜਿਹੜੇ ਨੇ ਲਗਾਤਾਰ ਵਿਚਾਰੇ ਚੱਲਦੇ ਰਹੇ, ਭੁੱਖ ਜਾਂ ਬਿਮਾਰੀ ਕਰਕੇ ਜਾਂ ਕਿਵੇਂ ਵੀ ਉਹ ਵਿਚਾਰੇ ਜਿਹੜੇ ਨੇ ਉਹ ਮੌਤ ਹੋ ਚੁੱਕੀ ਹੈ। 45 ਲੋਕਾਂ ਦੀ ਮੌਤ ਸ਼ਰਾਬ ਨਾ ਮਿਲਣ ਕਰਕੇ ਹੋਈ ਹੈ। ਇਹਨਾਂ ਵਿੱਚੋਂ ਉਹ 45 ਲੋਕ ਨੇ। ਹੈਰਾਨੀ ਦੀ ਗੱਲ ਹੈ, ਆਰਥਿਕ ਤੰਗੀ ਤੋਂ ਦੁਖੀ 36 ਲੋਕਾਂ ਨੇ ਆਪਣੀ ਜਾਨ ਦਿੱਤੀ। ਦੁਖਦਾਈ ਖਬਰ ਉਦੋਂ ਬਣੀ ਕਿ ਜਦੋਂ ਛੋਟੇ-ਛੋਟੇ ਬੱਚਿਆਂ ਦੇ ਨਾਲ, ਆਪਣੇ 3 ਬੱਚਿਆਂ ਦੇ ਨਾਲ ਇੱਕ ਔਰਤ ਨੇ ਬੱਚਿਆਂ ਨੂੰ ਮਾਰ ਕੇ ਆਪ ਖੁਦਕੁਸ਼ੀ ਕੀਤੀ, ਕਿਉਂਕਿ ਉਹਦੇ ਘਰ ਵਿੱਚ ਖਾਣ ਵਾਸਤੇ ਖਾਣਾ ਨਹੀਂ ਸੀ। ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀਆਂ ਇਹ ਖਬਰਾਂ ਨੇ। ਆਓ ਅਸੀਂ ਇਸ ਮਹਾਮਾਰੀ ਦੇ ਸਮੇਂ ਦੇ ਦੌਰਾਨ ਜਿੱਥੇ ਆਪ ਚੜ੍ਹਦੀ ਕਲਾ ਵਿੱਚ ਰਹੀਏ, ਉੱਥੇ ਦੂਜਿਆਂ ਦੇ ਦੁੱਖ ਨੂੰ ਵੰਡਾਈਏ। ਸੁਖੀ ਹੋਣ ਦਾ ਇੱਕ ਤਰੀਕਾ ਹੈ ਦੂਸਰਿਆਂ ਦੇ ਦੁੱਖ ਨੂੰ ਵੰਡਾਉਣਾ। ਸੋ ਇਸ ਸਮੇਂ ਦੇ ਵਿੱਚ ਆਓ ਅਸੀਂ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਕਰੀਏ, ਇੱਕ ਦੂਜੇ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ। ਮੇਰੀ ਅਰਦਾਸ ਬੇਨਤੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੈ ਕਿ ਇਸ ਮਹਾਮਾਰੀ ਤੋਂ ਬਚਾ ਕੇ ਸਾਨੂੰ ਸਾਰਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੋਈਆਂ ਗਲਤੀਆਂ ਦੀ ਖਿਮਾ ਜੀ। ਅਗਲੇ ਹਫ਼ਤੇ ਫਿਰ ਕੁਝ ਖਬਰਾਂ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।